ਦੋਵੇਂ ਟੁਕੜੇ। ਉੱਥੇ ਨੇੜੇ ਹੀ ਇੱਕ ਬੋਹੜ ਦੇ ਰੁੱਖ ਤੇ ਕੋਲ ਜਰਾ ਰਾਖਸ਼ਣੀ ਰਹਿੰਦੀ ਸੀ। ਉਹਨੇ ਦੇਖ ਲਿਆ। ਜਦੋਂ ਕੋਈ ਕੋਲ ਨਹੀਂ ਸੀ, ਉਹਦੇ ਕੋਲ ਆ ਗਈ ਖਾਣ ਦੇ ਵਾਸਤੇ। ਪਰ ਜਦੋਂ ਉਹਨੇ ਆ ਕੇ ਦੇਖਿਆ 2 ਟੁਕੜੇ ਨੇ, ਤੇ ਉਹਨਾਂ ਦੋਵਾਂ ਟੁਕੜਿਆਂ ਨੂੰ ਹੱਥਾਂ ਦੇ ਨਾਲ ਚੁੱਕਣ ਦਾ ਯਤਨ ਕੀਤਾ, ਪਰ ਉਹ ਦੇਵਨ ਹੈ ਤੇ ਇਸ ਤਰ੍ਹਾਂ ਭਾਰੇ ਹੋ ਕੇ ਉਹਦੇ ਕੋਲ ਚੁੱਕਿਆ ਨਾ ਗਿਆ। ਹੌਲੀ ਹੌਲੀ ਉਹਨੇ ਦੋਨਾਂ ਨੂੰ ਮੇਲਿਆ, ਦੋਨਾਂ ਟੁਕੜਿਆਂ ਨੂੰ ਆਪਸ ਦੇ ਵਿੱਚ ਮਿਲਾਇਆ, ਤੇ ਐਸੀ ਨੇਤ ਵਰਤੀ ਕਿ ਦੋਵੇਂ ਟੁਕੜੇ ਜੁੜ ਗਏ। ਜੁੜਦਿਆਂ ਸਾਰ ਹੀ ਉਹ ਸਰੀਰ ਹਿੱਲਿਆ ਤੇ ਬੜੀ ਭਾਰੀ ਗਰਜ ਧੁੰਨ ਉੱਠੀ ਸਰੀਰ ਦੇ ਵਿੱਚੋਂ, ਆਵਾਜ਼ ਉੱਠੀ ਜਿਵੇਂ ਬੱਦਲ ਗਰਜਦਾ ਹੈ। ਤੋ ਇਹ ਆਪਾਂ ਕੱਲ੍ਹ ਸੁਣਿਆ ਹੈ ਇਤਿਹਾਸ। ਆਓ ਆ ਰਹੀ ਕਥਾ ਨੂੰ, ਜੋ ਪਟਨਾ ਸਾਹਿਬ ਦੇ ਇਤਿਹਾਸ ਦੀ ਹੈ, ਜਿਸ ਤਰ੍ਹਾਂ ਇਹ ਨਗਰ ਵਸਿਆ, ਰਾਜੇ ਨੇ ਵਸਾਇਆ, ਜੋ ਇੱਥੋਂ ਦਾ ਰਾਜਾ ਹੋਇਆ ਅੱਗੇ ਜਰਾਸਿੰਧ, ਉਹਦੀ ਜਿਵੇਂ ਕਥਾ ਆ ਰਹੀ ਹੈ। ਆਓ ਸਰੋਤੇ ਜਨੋ ਇਕਾਗਰਤਾ ਦੇ ਨਾਲ ਸਰਵਣ ਕਰੀਏ ਜੀ। ਇੱਕ ਵਾਰ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਖਿਓ ਤਿਹ ਉਠਾਇ ਕੈ ਜਬ, ਉਹਨਾਂ ਨੂੰ ਉਠਾ ਕਰਕੇ ਜਦੋਂ ਉਸਨੇ ਦੇਖਿਆ ਹੈ, ਅਚਰਜ ਭਈ ਨਹੀਂ ਗਤ ਸਭ। ਇਹ ਨਵੀਂ ਗਤ, ਇਹ ਨਵਾਂ ਹੀ ਇਹ ਕੰਮ ਉਹਨੇ ਅਚਰਜ ਹੋ ਕੇ ਦੇਖਿਆ, ਹੈਰਾਨ ਹੋਈ ਹੈ। ਬੜ ਬਲ ਸੋ ਗਹਿ ਭਾਰੀ ਭਾਰ, ਵੱਡਾ ਬਲੀ ਹੈ, ਬੜਾ ਭਾਰ ਹੈ ਇਹ ਸਰੀਰਾਂ ਦਾ, ਇਹਨਾਂ ਟੁਕੜਿਆਂ ਦਾ। ਜੋਰਤ ਭਈ ਜਰਾ ਤਿਸ ਬਾਰ, ਹੁਣ ਇਹ ਵੀ ਰਾਖਸ਼ਣੀ ਸੀ, ਕਹਿੰਦੇ ਜ਼ੋਰ ਦੇ ਨਾਲ, ਬਲ ਦੇ ਨਾਲ ਦੋਨਾਂ ਟੁਕੜਿਆਂ ਨੂੰ ਆਪਸ ਵਿੱਚ ਮਿਲਾਉਣ ਲੱਗੀ ਹੈ। ਏਕ ਨੈਣ ਕਰ ਪਦ ਇੱਕ ਕਾਨ, ਇੱਕ ਨੈਣ ਅੱਖ ਹੈ, ਇੱਕ ਚਰਨ ਹੈ। ਪਰਿਓ ਹੁਤੋ ਜੇ ਥਾਨ ਭਿਆਨ, ਉਹ ਭਿਆਨਕ ਜਿਹਾ ਜਿਹੜਾ ਭਾਰੀ ਖਰਾਬ ਜਿਹਾ ਥਾਂ ਸੀ, ਉੱਥੇ ਪਿਆ ਹੋਇਆ ਹੈ। ਤਹਿ ਤੇ ਬਲ ਕਰ ਕੈ ਸੋ ਲਗਾਇਓ, ਜ਼ੋਰ ਕਰਕੇ, ਬਲ ਕਰਕੇ ਆਪਸ ਦੇ ਵਿੱਚ ਇਸ ਰਾਖਸ਼ਣੀ ਨੇ ਲਗਾਇਆ, ਜੋੜਿਆ। ਜੀਵਿਓ ਬਾਲਿਕ ਰੁਦਨ ਸੁਨਾਇਓ, ਉਹ 2 ਟੁਕੜਿਆਂ ਵਿੱਚ ਜਿਹੜਾ ਬੱਚਾ ਸੀ ਉਹ ਜਿਉਂਦਾ ਹੋ ਗਿਆ, ਹਿੱਲਣ ਲੱਗ ਪਿਆ, ਰੋਣ ਦੀ ਆਵਾਜ਼ ਉਹਨੇ ਕੱਢੀ ਹੈ। ਸ਼ਬਦ ਭਇਓ ਜਿਮ ਘਨ ਗਰਜੰਤਾ, ਇਸ ਤਰ੍ਹਾਂ ਕਹਿੰਦੇ ਆਵਾਜ਼ ਉੱਠੀ ਜਿਵੇਂ ਬਹੁਤ ਭਾਰੀ ਬਿਜਲੀ ਕੜਕਦੀ, ਬੱਦਲ ਗੱਜਦਾ ਹੈ। ਨਗਰ ਲੋਕ ਸੁਨ ਚਿੰਤ ਕਰੰਤਾ, ਸਾਰੇ ਨਗਰ ਦੇ ਵਿੱਚ ਕਿ ਸੂਰਜ ਚੜ੍ਹਿਆ, ਧੁੱਪ ਚੜ੍ਹੀ ਹੈ, ਬੱਦਲ ਕੋਈ ਨਹੀਂ, ਇਹ ਗਰਜਵੀਂ ਆਵਾਜ਼ ਇੰਨੀ ਕਿੱਥੋਂ ਉੱਠੀ ਹੈ। ਬੜਾ ਰੌਲਾ ਪੈ ਗਿਆ ਸਾਰੇ ਸ਼ਹਿਰ ਦੇ ਵਿੱਚ। ਜਰਾ ਰਾਖਸ਼ੀ ਅਚਰਜ ਮਾਨਿਓ, ਉਹ ਜਿਹੜਾ ਜੜਾ ਰਾਖਸ਼ਣੀ ਸੀ ਨਾ, ਜਰਾ ਉਹਦਾ ਨਾਮ ਹੈ, ਉਹਨੇ ਵੀ ਬੜੀ ਅਚਰਜਤਾ ਮੰਨੀ ਹੈ। ਭਾਈ ਚਿੱਤਰ ਸਮਤੂਸ਼ਨ ਠਾਨਿਓ, ਜਿਵੇਂ ਪੱਥਰ ਦੀ ਮੂਰਤੀ ਹੁੰਦੀ ਹੈ ਨਾ, ਐਵੇਂ ਵਿਚਾਰੀ ਉੱਥੇ ਹੀ ਖੜੀ ਰਹੀ, ਚੁੱਪ ਹੋ ਗਈ। ਜਰਾ ਉਠਾਏ ਰਹੀ ਨ ਹਾਲਿਓ, ਉਹ ਉਠਾਉਣਾ ਚਾਹੁੰਦੀ ਹੈ ਪਰ ਉਹ ਹਿਲਦਾ ਨਹੀਂ, ਐਡਾ ਭਾਰਾ ਸਰੀਰ ਹੋ ਗਿਆ। ਸਗਰੋ ਆਪਣੋ ਓਜ ਸੰਭਾਲਿਓ, ਉਸ ਰਾਖਸ਼ਣੀ ਨੇ ਆਪਣਾ ਸਾਰਾ ਜਿਹੜਾ ਬਲ ਹੈ ਉਹ ਸੰਭਾਲਿਆ, ਕਿਉਂਕਿ ਉਹ ਰਿਖੀ ਜਿਹੜਾ ਤਪਸਵੀ ਹੈ, ਜਿਹਨੇ ਵਰ ਦਿੱਤਾ ਹੈ, ਉਹਦੀ ਤਪੱਸਿਆ ਦਾ ਫਲ ਹੈ ਨਾਲ। ਫਿਰ ਉਹ ਬਚਾ ਵੀ ਰਿਹਾ ਹੈ, ਇਹ ਰਾਖਸ਼ਣੀ ਕਿਤੇ ਖਾ ਨਾ ਜਾਵੇ। ਤੋ ਇਸ ਤਰ੍ਹਾਂ ਆਪਣਾ ਬਲ ਲਾ ਰਹੀ, ਪਰ ਨਹੀਂ ਚੁੱਕਿਆ ਜਾਂਦਾ। ਵੱਡੋ ਸ਼ਬਦ ਸੁਨ ਊਚ ਰੋ ਨੀਰ ਨੀਚ, ਨਗਰ ਸ਼ਹਿਰ ਦੇ ਵੱਡੇ ਛੋਟੇ ਜਿਸ ਨੇ ਵੀ ਇਹ ਬੜੀ ਭਾਰੀ ਆਵਾਜ਼ ਧੁਨੀ ਸੁਣੀ ਹੈ, ਧਾਏ ਪਰਿਓ ਰੋਰਪੁਰ ਬੀਚ, ਸਾਰੇ ਦੌੜੇ ਇੱਧਰ ਉੱਧਰ ਨੂੰ, ਰੌਲਾ ਪੈ ਗਿਆ। ਜਰਾ ਰਾਖਸ਼ੀ ਕੋ ਤਹਿ ਵਰਜਿਓ, ਸੋ ਆ ਕਰਕੇ ਨਾ ਉਹਨਾਂ ਲੋਕਾਂ ਨੇ ਰਾਖਸ਼ਣੀ ਨੂੰ ਉਹ ਬੱਚਾ ਚੁੱਕਦਿਆਂ ਹੋਇਆ ਵਰਜਿਆ ਹੈ, ਤਾੜਿਆ ਹੈ। ਰਿਪ ਕੇ ਭਟਨ ਕ੍ਰੋਧ ਕਰ ਤਰਜਿਓ, ਰਾਜੇ ਦੇ ਸਿਪਾਹੀਆਂ ਨੂੰ ਵੀ ਖਬਰ ਪਹੁੰਚੀ, ਉਹ ਵੀ ਹਥਿਆਰਾਂ ਸਮੇਤ ਆਏ, ਉਹਨਾਂ ਨੇ ਵੀ ਆ ਕੇ ਵਰਜਿਆ, ਤਾੜਿਆ ਉਸ ਰਾਖਸ਼ਣੀ ਨੂੰ। ਲਿਓ ਉਠਾਏ ਬਹੁਤ ਨੇ ਮਿਲ ਕਰ, ਬਹੁਤ ਸਾਰੇ ਸਿਪਾਹੀਆਂ ਨੇ ਮਿਲ ਕਰਕੇ ਉਹ ਜਿਹੜਾ ਬੱਚਾ ਸੀ ਉਹਨੂੰ ਉਠਾ ਲਿਆ। ਲੈ ਕਰ ਪਹੁੰਚੇ ਭੂਪਤ ਕੇ ਘਰ, ਉਹ ਜਿਹੜਾ
ਬਿਰਧਰਥ ਰਾਜਾ ਸੀ, ਉਹਦੇ ਘਰ ਮਹਿਲਾਂ ਵਿੱਚ ਲੈ ਕੇ ਉਸ ਬੱਚੇ ਨੂੰ ਪਹੁੰਚ ਗਏ। ਜਰਾ ਗਈ ਮਹਿ ਪਾਲਕ ਪਾਸ, ਉਹ ਜਿਹੜੀ ਜਰਾ ਰਾਖਸ਼ਨੀ ਸੀ ਉਹ ਵੀ ਮਗਰੇ ਹੀ ਚਲੀ ਗਈ ਰਾਜੇ ਦੇ ਕੋਲ। ਏ ਨ੍ਰਿਪ ਤੁਮਰੇ ਪੁਰ ਮਮ ਵਾਸ, ਕਹਿਣ ਲੱਗੀ, ਹੈ ਰਾਜਨ, ਮੈਂ ਤੇਰੇ ਨਗਰ ਵਿੱਚ ਇਸੇ ਸ਼ਹਿਰ ਦੇ ਬਾਹਰ ਹੀ ਨਿਵਾਸ ਕਰਦੀ ਹਾਂ। ਜਾਂ ਤੇ ਬਾਲਕ ਮੈਂ ਲਖ ਪਾਵਾ, ਇਸ ਕਰਕੇ ਇਸ ਬੱਚੇ ਨੂੰ ਦੋ ਟੁਕੜਿਆਂ ਵਿੱਚ ਹੋਰ ਕਿਸੇ ਨੇ ਨਹੀਂ ਦੇਖਿਆ, ਮੈਂ ਦੇਖਿਆ ਪਹਿਲਾਂ। ਜੋਰ ਦੁਖੰਡ ਆਨ ਜੇ ਪਾਵਾ, ਦੋ ਟੁਕੜਿਆਂ ਦੇ ਵਿੱਚ ਸੀ ਇਸ ਬੱਚੇ ਦੇ, ਜੋ ਮੈਂ ਆ ਕੇ ਦੋ ਟੁਕੜੇ ਦੇਖੇ। ਨ੍ਰਿਪਨੇ ਹੋਏ ਪ੍ਰਸੰਨ ਸੁਤ ਲੀਨਸ, ਤੋ ਉਸ ਵੇਲੇ ਰਾਜਾ ਤਾਂ ਜਾਣਦਾ ਹੈ ਕਿ ਇਹ ਮੇਰਾ ਬੱਚਾ ਹੈ, ਤੋ ਬੜਾ ਹੈਰਾਨ ਵੀ ਹੋਇਆ ਤੇ ਨਾਲ ਪ੍ਰਸੰਨਤਾ ਵੀ ਆਈ ਕਿ ਮੇਰਾ ਬੱਚਾ ਸਹੀ ਸਲਾਮਤ ਜੁੜ ਗਿਆ। ਤੋ ਉਸ ਵੇਲੇ ਬੜਾ ਆਨੰਦ ਧਾਰਿਆ ਹੈ। ਮੋਦ ਸਹਿਤ ਦਾਰਾ ਦੋਇ ਦੀਨਸ, ਆਪਣੀਆਂ ਦੋਨਾਂ ਰਾਣੀਆਂ ਨੂੰ ਆਨੰਦ ਦੇ ਸਹਿਤ ਉਹ ਪੁੱਤਰ ਦੇ ਦਿੱਤਾ। ਜਰਾ ਰਾਖਸ਼ੀ ਵਿਦਿਆ ਹੋਏ, ਉਹ ਜਿਹੜੀ ਰਾਖਸ਼ਨੀ ਜਰਾ ਨਾਮ ਵਾਲੀ ਉੱਥੋਂ ਫਿਰ ਵਿਦਿਆ ਹੋ ਗਈ, ਚਲੀ ਗਈ। ਗਈ ਚਿੰਤ ਰਾਜੇ ਕੀ ਖੋਏ, ਜਦੋਂ ਚਲੀ ਗਈ ਰਾਜੇ ਦੀ ਚਿੰਤਾ ਵੀ ਦੂਰ ਹੋ ਗਈ। ਜਗਿ ਦਾਨ ਮੰਗਲ ਉਤਸਾਹੁ, ਇਸ ਵੇਲੇ ਰਾਜੇ ਨੇ ਜੱਗ ਕੀਤਾ, ਬੜੇ ਮੰਗਲ ਕੀਤੇ, ਬੜਾ ਉਤਸ਼ਾਹ ਕੀਤਾ, ਦਾਨ ਪੁੰਨ ਕੀਤਾ ਹੈ। ਕਰਤ ਭਇਓ ਹਿਤ ਸੋ ਨਰ ਨਾਹੂ, ਨਗਰ ਦੇ ਵਿੱਚ ਸਭ ਨੂੰ ਜਿਉਂ ਪਤਾ ਲੱਗਾ ਹੈ ਕਿ ਰਾਜੇ ਦੇ ਘਰ ਵਿੱਚ ਪੁੱਤਰ ਹੋਇਆ, ਸਭ ਨੇ ਬੜਾ ਉਤਸ਼ਾਹ ਕੀਤਾ ਹੈ। ਜਰਾ ਰਾਖਸੀ ਸੰਧ ਕਰਿਓ ਹੈ, ਜਰਾ ਰਾਖਸ਼ਨੀ ਦੀ ਸੰਧੀ ਕਰਕੇ, ਕਿਉਂਕਿ ਉਹਨੇ ਦੋ ਟੁਕੜਿਆਂ ਨੂੰ ਸੰਧ ਮਿਲਾ ਦਿੱਤਾ, ਆਪਸ ਦੇ ਵਿੱਚ ਜੋੜ ਦਿੱਤਾ। ਜਰਾ ਸੰਧ ਇਮ ਨਾਮ ਪਰਿਓ ਹੈ, ਇਸ ਤਰ੍ਹਾਂ ਉਸ ਰਾਜੇ ਦੇ ਪੁੱਤਰ ਦਾ ਨਾਮ ਜਿਹੜਾ ਮਸ਼ਹੂਰ ਹੋਇਆ ਦੁਨੀਆ ਵਿੱਚ, ਜਰਾ ਸੰਧ। ਜਰਾ ਰਾਖਸ਼ਨੀ ਦਾ ਨਾਮ ਤੇ ਸੰਧੀ ਨਾਮ ਮਿਲਾਪ ਦਾ, ਦੋਨਾਂ ਟੁਕੜਿਆਂ ਨੂੰ ਮਿਲਾ ਦੇਣਾ, ਜੋੜ ਦੇਣਾ, ਤੋ ਜਰਾ ਸੰਧ ਉਸ ਦਾ ਨਾਮ ਪੈ ਗਿਆ। ਦਿਨ ਦਿਨ ਵਧੈ ਅਧਿਕ ਬਲ ਧਰੈ, ਜਿਵੇਂ ਜਿਵੇਂ ਉਹਦਾ ਸਰੀਰ ਦਿਨ ਬ ਦਿਨ ਵੱਧਦਾ ਜਾਂਦਾ, ਤਿਵੇਂ ਤਿਵੇਂ ਬਹੁਤਾ ਬਲ ਤਾਕਤ ਵੀ ਵੱਧਦੀ ਜਾਂਦੀ ਹੈ। ਸ਼ਕਤ ਵਿਸਾਲ ਨਿਰਭਉ ਸਮਤ ਕਰੈ, ਕਹਿੰਦੇ ਬਹੁਤ ਵੱਡੇ ਵੱਡੇ ਰਾਜਿਆਂ ਦੇ ਸਮਾਨ ਸ਼ਕਤੀ ਧਾਰਨ ਕਰਨ ਲੱਗ ਪਿਆ। ਮਹਾਬਾਹੋ ਆਯੁਧ ਜਿਤ ਛਾਤੀ, ਕਹਿੰਦੇ ਵੱਡੀਆਂ ਵੱਡੀਆਂ ਜਿਸ ਦੀਆਂ ਬਾਹਾਂ ਹਨ ਤੇ ਛਾਤੀ ਬਹੁਤ ਚੌੜੀ ਹੈ। ਸ਼ੁਭ ਲੱਛਣ ਸੁੰਦਰ ਸਭ ਭਾਂਤੀ, ਸਭ ਤਰ੍ਹਾਂ ਕਰਕੇ ਸਰੀਰ ਦੇ ਲੱਛਣ ਜਿਹੜੇ ਲੱਖਣ ਨੇ ਬੜੇ ਸੋਹਣੇ ਹਨ। ਬੀਤਤ ਭਇਓ ਜਬੈ ਚਿਰਕਾਲ, ਜਦੋਂ ਚਿਰੰਕਾਲ ਦਾ ਸਮਾਂ ਬਤੀਤ ਹੋ ਗਿਆ, ਬਹੁਤ ਸਮਾਂ ਬੀਤ ਗਿਆ। ਸੁਨ ਕੈ ਸੂਰਿਖ ਅਖਿਲ ਹਵਾਲ, ਉਹ ਰਿਖੀ ਚੰਦਰਕ ਮੁਨੀ, ਉਹਦੇ ਕੰਨਾਂ ਤੱਕ ਵੀ ਖਬਰ ਪਹੁੰਚ ਗਈ, ਰਾਜੇ ਦੇ ਘਰ ਵਿੱਚ ਇਸ ਤਰ੍ਹਾਂ ਦਾ ਪੁੱਤਰ ਹੋਇਆ ਸੀ। ਇਸ ਵੇਲੇ ਉਹ ਵੱਡਾ ਹੋ ਗਿਆ, ਤੋ ਚੰਦਰਕ ਰਿਖੀ ਨੂੰ ਵੀ ਸਾਰਾ ਹਾਲ ਪਤਾ ਲੱਗਾ। ਇਸੀ ਦੇਸ਼ ਚਲ ਆਇਓ ਸੋਏ, ਉਹ ਵੀ ਬਨ ਦੇ ਵਿੱਚੋਂ ਬਿਹਾਰ ਪਟਨਾ ਸਾਹਿਬ ਵਿੱਚ ਆਇਆ ਹੈ ਚੱਲ ਕੇ। ਦੇਖਨ ਹਿਤ ਨਿਰਪ ਕੋ ਸੁਤ ਜੋਏ, ਆਪਣੇ ਰਾਜੇ ਦੇ ਪੁੱਤਰ ਨੂੰ ਦੇਖਣ ਦੇ ਵਾਸਤੇ। ਸੁਨਤ ਭੂਪ ਨੇ ਸੁਖ ਕੋ ਮਾਨਾ, ਸੁਣ ਕਰਕੇ ਰਾਜੇ ਨੇ ਜਦੋਂ ਕੰਨਾਂ ਵਿੱਚ ਆਵਾਜ਼ ਪਈ ਮੁਨੀ ਜੀ ਆਏ ਨੇ, ਬੜਾ ਸੁੱਖ ਮੰਨਿਆ, ਆਨੰਦ ਆਇਆ ਮਨ ਵਿੱਚ। ਪੂਜਨ ਕੀ ਲੈ ਸੂਜ ਬਹਾਨਾ, ਸੋਜ ਸਮੱਗਰੀ ਲੈ ਕੇ ਨਾ ਦਰਵਾਜ਼ੇ ਤੇ ਬੜਾ ਸਤਿਕਾਰ ਕੀਤਾ, ਉਸ ਰਿਖੀ ਦੀ ਪੂਜਾ ਕੀਤੀ ਹੈ। ਦੋ ਭਾਰ ਜਾ ਲੈ ਕਰ ਸਾਥ, ਦੋਨਾਂ ਹੀ ਰਾਣੀਆਂ ਨੂੰ ਨਾਲ ਲੈ ਕੇ ਰਿਖ ਕੇ ਚਰਨ ਧਰਿਉ ਨਿਜ ਮਾਥ, ਇਸ ਰਾਜੇ ਨੇ ਰਿਖੀ ਦੇ ਚਰਨਾਂ ਤੇ ਮੱਥਾ ਰੱਖਿਆ ਹੈ। ਬਿਨੈ ਭਨੀ ਸਾਦਰ ਬੈਠਾਇਓ, ਬੜੀਆਂ ਬੇਨਤੀਆਂ ਕਰਕੇ ਕਿ ਰਿਖੀ ਜੀ ਧੰਨ ਭਾਗ ਤੁਸੀਂ ਇੱਥੇ ਆਏ ਹੋ, ਬੜੇ ਸਤਿਕਾਰ ਦੇ ਕਰਕੇ ਬਿਠਾਇਆ ਪਲੰਗ ਤੇ। ਵੱਡੇ ਭਾਗ ਹਮ ਦਰਸ਼ਨ ਪਾਇਓ, ਵੱਡੇ ਭਾਗ ਕਿੱਥੇ
ਰਿਖੀ ਜੀ ਜਾ ਕੇ ਬਨ ਵਿੱਚ ਤੁਹਾਡੇ ਦਰਸ਼ਨ ਕਰੀਦੇ, ਅੱਜ ਤੁਸੀਂ ਆਪ ਦਰਸ਼ਨ ਦਿੱਤੇ ਨੇ। ਮੋਹ ਪਰ ਕਿਰਪਾ ਵਿਸਾਲ ਤੁਮਾਰੀ, ਬੜੀ ਵੱਡੀ ਕਿਰਪਾ ਕੀਤੀ ਮੇਰੇ ਉੱਪਰ ਤੁਸਾਂ। ਦੇ ਪੁੱਤਰ ਜੋਧਾ ਬਲ ਭਾਰੀ, ਬੜਾ ਬਲ ਭਾਰੀ ਜੋਧਾ ਪੁੱਤਰ ਮੈਨੂੰ ਤੁਸੀਂ ਦਿੱਤਾ ਹੈ। ਅਬ ਇਹ ਰਾਜ ਆਪ ਹੀ ਕਰੀਐ, ਹੁਣ ਕਿਰਪਾ ਕਰੋ, ਇਹ ਜਿਹੜਾ ਰਾਜ ਭਾਗ ਹੈ ਤੁਹਾਡੇ ਮੈਂ ਸਪੁਰਦ ਕਰਦਾ, ਤੁਸੀਂ ਰਾਜ ਕਰੋ ਪਟਨੇ ਦਾ। ਹਮ ਸਭ ਹਿਨ ਕੋ ਆਛੈ ਥਿਰੀਐ, ਅਸੀਂ ਸਾਰੇ ਹੁਣ ਟੇਕ ਕਰਕੇ ਤਪ ਕਰਾਂਗੇ, ਇਹ ਸਾਨੂੰ ਕਿਰਪਾ ਕਰਕੇ ਬਚਨ ਕਰੋ। ਕਹੈ ਰਿਖੀਸ਼ੁਰ ਸੁਨੋ ਨਰੇਸ਼, ਉਹ ਰਿਖੀ ਚੰਦਰਕ ਮੁਨੀ ਬੜਾ ਤਿਆਗੀ ਬਰਾਗੀ ਸੀ, ਇਸ ਕਰਕੇ ਉਹ ਕਹਿਣ ਲੱਗਾ, ਹੈ ਰਾਜਨ ਸੋਨਾ ਕਰ, ਤੁਮ ਹੀ ਕੋ ਸ਼ੋਭਤ ਸਭ ਦੇਸ਼। ਕਿਉਂਕਿ ਜੇਕਰ ਤਾਂ ਉਹਨਾਂ ਬ੍ਰਾਹਮਣਾਂ ਵਰਗਾ ਹੁੰਦਾ ਜਿਨ੍ਹਾਂ ਨੇ ਮਹਾਰਾਜ ਤੋਂ ਸਰਬੰਸੀ ਲੈ ਲਿਆ ਸੀ, ਜੀ ਸਭ ਕੁਝ ਹੀ ਦੇ ਦਿਓ, ਲਾਲਚੀ ਲੋਭੀ, ਫਿਰ ਤਾਂ ਉਹ ਕਹਿੰਦੇ ਜੀ ਬੜਾ ਵਧੀਆ ਹੋ ਗਿਆ, ਸੋ ਆਪਣੇ ਆਪ ਹੀ ਰਾਜ ਮਿਲ ਗਿਆ, ਸਭ ਕੁਝ ਮਿਲ ਗਿਆ। ਪਰ ਇਹ ਤਿਆਗੀ ਸੀ, ਇਹ ਕਹਿਣ ਲੱਗਾ ਕਿ ਰਾਜਨ ਇਹ ਰਾਜ ਭਾਗ ਤੁਹਾਨੂੰ ਹੀ ਸੋਭਦਾ ਹੈ। ਤਪਸਾ ਬਨਿਓ ਹਮਾਰੋ ਰਾਜ, ਸਾਡੇ ਭਾਗਾਂ ਵਿੱਚ ਸਾਡਾ ਜਿਹੜਾ ਰਾਜ ਹੈ ਨਾ ਉਹ ਬਨ ਹੀ ਹੈ। ਜੰਗਲ ਦੇ ਵਿੱਚ, ਬਨ ਦੇ ਵਿੱਚ, ਇਕਾਂਤ ਵਿੱਚ ਤਪੱਸਿਆ ਕਰਨੀ ਸਾਡੇ ਵਾਸਤੇ ਤਾਂ ਇਹੋ ਹੀ ਰਾਜ ਭਾਗ ਹੈ। ਜਿਵੇਂ ਗੁਰਸਿੱਖ, ਉਹਨਾਂ ਨੂੰ ਇੱਕ ਵਾਰ ਇੱਕ ਭੰਗੀ ਮਿਸਲ ਦਾ ਯੋਧਾ ਹੋਇਆ ਹੈ, ਤੋ ਸ਼ਾਇਦ ਗੁਰਬਖਸ਼ ਸਿੰਘ ਉਹਦਾ ਨਾਮ ਸੀ, ਮੈਂ ਭੁੱਲ ਗਿਆ। ਤੋ ਜ਼ਕਰੀਆ ਨੇ ਇੱਕ ਵਾਰ ਉਸ ਨੂੰ ਨਵਾਬੀ ਭੇਜੀ, ਪਰ ਉਹਨੇ ਸਾਧ ਸੰਗਤ ਜੀ ਨਵਾਬੀ ਮੋੜ ਦਿੱਤੀ ਤੇ ਕਹਿਣ ਲੱਗਾ ਕਿ ਸਾਨੂੰ ਨਵਾਬੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੰਨੇ ਹੰਨੇ ਤੇ ਕਾਠੀ ਕਾਠੀ ਤੇ ਦਿੱਤੀ ਹੈ, ਤੇਰੇ ਵਰਗੇ ਦੇ ਮੰਗਤੇ ਨਹੀਂ ਨਵਾਬੀਆਂ ਲੈਣ ਵਾਲੇ। ਤੋ ਇਸ ਤਰ੍ਹਾਂ ਦੇ ਬੜੇ ਤਿਆਗੀ ਖਾਲਸਾ ਪੰਥ ਦੇ ਵਿੱਚ ਨਵਾਬ ਕਪੂਰ ਸਿੰਘ ਦੇਖ ਲਓ। ਖਾਲਸਾ ਪੰਥ ਦੇ ਕੋਲ ਜਦੋਂ ਨਵਾਬੀ ਲੈ ਕੇ ਭਾਈ ਸਵੇਗ ਸਿੰਘ ਆਇਆ ਸੀ ਅਕਾਲ ਤਖਤ ਸਾਹਿਬ, ਤਾਂ ਸਿੰਘਾਂ ਨੇ ਠੁੱਡੇ ਮਾਰੇ ਸਨ ਨਵਾਬੀ ਨੂੰ। ਸਾਧ ਸੰਗਤ ਜੀ, ਜਿਵੇਂ ਖਿੱਦੋ ਖੇਡ ਹੁੰਦੀ ਹੈ ਨਾ, ਖੂੰਡੀ ਦੀ ਖਿੱਦੋ ਖੇਡ, ਇਸ ਤਰ੍ਹਾਂ ਲੱਤਾਂ ਦੇ ਪੈਰਾਂ ਦੀ ਖੂੰਡੀ ਤੇ ਨਵਾਬੀ ਨੂੰ ਗੇਂਦ ਬਣਾ ਕੇ ਠੁੱਡੇ ਮਾਰੇ। ਲੈ ਜਾ ਉਸ ਜ਼ਕਰੀਏ ਪਾਪੀ ਦੁਸ਼ਟ ਦੀ ਨਵਾਬੀ, ਸਾਨੂੰ ਨਹੀਂ ਚਾਹੀਦੀ, ਅਸੀਂ ਤਾਂ ਬਾਜਾਂ ਵਾਲੇ ਪਿਤਾ ਦੇ ਕੋਲੋਂ ਨਵਾਬੀ ਲਵਾਂਗੇ, ਸਾਨੂੰ ਤਾਂ ਉਹਨਾਂ ਨੇ ਹੰਨੇ ਹੰਨੇ ਤੇ ਬਾਦਸ਼ਾਹੀ ਦਿੱਤੀ।
ਦਿੰਦਾ ਹੈ। ਭਲੀ ਭਾਂਤ ਨਿਜ ਰਾਜ ਵਧਾਵਾ, ਕਿਸੇ ਦੇ ਰਾਜ ਨੂੰ ਖੋਹ ਲੈਂਦਾ ਹੈ, ਕਿਸੇ ਦੀ ਛੀਨੈ ਧਰਤੀ ਨੂੰ ਛੀਨ ਲੈਂਦਾ ਹੈ। ਬਲ ਧਾਰ ਕੇ ਜਿਹੜਾ ਵੀ ਕੋਈ ਇਹਦਾ ਆਕੀ ਬਣਦਾ ਰਾਜਾ, ਤੋ ਇਸ ਤਰ੍ਹਾਂ ਭਲੀ ਭਾਂਤ ਬਹੁਤ ਸਾਰਾ ਰਾਜ ਵਧਾਇਆ ਇਸ ਨੇ। ਸਭ ਪਰ ਆਪਣੋ ਹੁਕਮ ਟਿਕਾਵਾ, ਸਾਰੇ ਦੇਸ਼ ਤੇ, ਹਿੰਦੁਸਤਾਨ ਭਾਰਤ ਤੇ, ਉਸ ਵੇਲੇ ਦਾ ਨਾਮ ਤੋ ਭਾਰਤ ਸੀ ਸਾਧ ਸੰਗਤ ਜੀ। ਇਹ ਸਾਰੇ ਭਾਰਤ ਦੇ ਉੱਪਰ ਇਹਨੇ ਆਪਣਾ ਜਿਹੜਾ ਰਾਜ ਹੈ ਉਹ ਟਿਕਾਇਆ ਹੈ। ਤੋਹਰਾ ਭਏ ਕ੍ਰਿਸ਼ਨ ਅਵਤਾਰ ਪ੍ਰਭ, ਮਹਾਵੀਰ ਬਲਵਾਨ। ਤੋ ਮਹਾਰਾਜ ਦੱਸ ਰਹੇ ਨੇ, ਮਾਮਾ ਕਿਰਪਾਲ ਚੰਦ ਜੀ ਨੂੰ ਇਹ ਸਾਰੀ ਘਟਨਾ ਸਾਰੀ ਸੰਗਤ ਨੂੰ ਸੁਣਾ ਰਹੇ ਨੇ ਕਿ ਦੁਆਪਰ ਦਾ ਯੁੱਗ ਸੀ। ਉਸ ਵੇਲੇ ਦੁਆਪਰ ਦਾ ਸਮਾਂ ਸੀ। ਇੱਧਰ ਦੁਆਪਰ ਦੇ ਸਮੇਂ ਦੇ ਵਿੱਚ ਮਹਾਬਲੀ ਯੋਧੇ ਦੁਆਪਰ ਦੇ ਅਵਤਾਰ ਵਿਸ਼ਨੂੰ ਦੇ, ਜੋ ਸ੍ਰੀ ਕ੍ਰਿਸ਼ਨ ਜੀ ਭਗਵਾਨ, ਉਹ ਵੀ ਪੈਦਾ ਹੋਏ। ਜਨਮ ਭਇਓ ਮਥੁਰਾ ਵਿਖੇ, ਬਿਦਤੇ ਗੋਕਲ ਥਾਨ। ਇਸ ਸ੍ਰੀ ਕ੍ਰਿਸ਼ਨ ਜੀ ਦਾ ਜਿਹੜਾ ਜਨਮ ਹੈ ਉਹ ਮਥੁਰਾ ਦੇ ਵਿੱਚ ਹੋਇਆ ਤੇ ਪਲੇ ਗੋਕਲ ਵਿੱਚ ਜਾ ਕੇ। ਜਨਮੇ ਮਥੁਰਾ ਦੇ ਵਿੱਚ ਨੇ ਤੇ ਪਾਲਣਾ ਗੋਕਲ ਦੇ ਵਿੱਚ ਜਾ ਕੇ ਹੋਈ। ਕਹਿਣ ਤੋਂ ਭਾਵ ਕਿ ਜਨਮ ਦੇਣ ਵਾਲੀ ਮਾਤਾ ਹੋਰ ਹੈ ਤੇ ਪਾਲਣ ਵਾਲੀ ਉਹਨਾਂ ਦੀ ਮਾਤਾ ਹੋਰ ਹੈ। ਧੰਨ ਧੰਨ ਤੂੰ ਮਾਤਾ ਦੇਵਕੀ, ਜੇ ਗ੍ਰਹਿ ਰਮਈਆ ਕਮਲਾਪਤੀ। ਭਗਤ ਸਾਹਿਬ ਜੀ ਨੇ ਜਦੋਂ ਸਰਗੁਣ ਦੇ ਉਪਾਸਕ ਸਨ ਤਾਂ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੇ ਆਪਣੇ ਇਸ਼ਟ ਦੀ ਭਗਤੀ ਕਰਦਿਆਂ ਬਚਨ ਕਹੇ, ਪਰ ਬਾਅਦ ਵਿੱਚ ਨਿਰਗੁਣ ਦੇ ਉਪਾਸਕ ਬਣ ਗਏ ਭਗਤ ਜੀ। ਤੇ ਫਿਰ ਸਾਧ ਸੰਗਤ ਜੀ, ਭਗਤ ਜੀ ਦੇ ਜਿਹੜੇ ਬਚਨ ਨੇ ਉਹ ਸਾਰੇ ਇਹਦੇ ਵਿਰੋਧਤਾ ਦੇ ਵਿੱਚ ਹਨ ਕਿ ਮੈਂ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਉਪਾਸਕ ਹਾਂ। ਪਾਂਡੇ ਤੁਮਰਾ ਰਾਮਚੰਦ ਸੋ ਪੀ ਆਵਤ ਦੇਖਿਆ ਥਾ। ਕਿੱਥੇ ਪਹਿਲਾਂ ਇਹਦੇ ਉਪਾਸਕ ਸਨ, ਜਦੋਂ ਉੱਚੀ ਅਵਸਥਾ ਤੇ ਪਹੁੰਚ ਗਏ ਨਿਰਗੁਣ ਦੇ ਉਪਾਸਕ ਬਣ ਗਏ। ਇਸ ਕਰਕੇ ਇਹ ਬਾਣੀ ਇਹਨੂੰ ਸਮਝਣਾ ਬੜਾ ਕਠਿਨ, ਹਰੇਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਆਪਾਂ ਇੱਕੋ ਪੱਖ ਲੈ ਕੇ ਚੱਲ ਪੈਂਦੇ। ਇੱਥੇ ਕਵੀ ਜੀ ਕਹਿ ਰਹੇ ਨੇ ਕਿ ਗੋਕਲ ਦੇ ਵਿੱਚ ਪਲੇ ਨੇ ਤੇ ਮਥੁਰਾ ਦੇ ਵਿੱਚ ਜਨਮੇ ਨੇ। ਕੰਸ ਉਸ ਵੇਲੇ ਰਾਜਾ ਸੀ। ਮਥੁਰਾ ਦਾ ਜਿਹੜਾ ਰਾਜਾ ਉਹ ਕੰਸ ਸੀ ਤੇ ਕੰਸ ਸ੍ਰੀ ਕ੍ਰਿਸ਼ਨ ਦਾ ਮਾਮਾ ਸੀ। ਉਗਰਸੈਨ ਜਿਹੜਾ ਸੀ ਇਹ ਕ੍ਰਿਸ਼ਨ ਦਾ ਪਿਤਾ ਸੀ। ਜਰਾਸਿੰਧ ਇਹਦਾ ਸਹੁਰਾ ਸੀ। ਜਿਸ ਜਰਾਸਿੰਧ ਦੀ ਕਥਾ ਆ ਰਹੀ ਹੈ ਨਾ, ਇਹ ਕੰਸ ਦਾ ਸਹੁਰਾ ਸੀ ਤੇ ਕੰਸ ਜਰਾਸਿੰਧ ਦਾ ਜਵਾਈ ਸੀ। ਕੰਸ ਦੇ ਨਾਲ ਜਰਾਸਿੰਧ ਦੀਆਂ ਦੋ ਬੇਟੀਆਂ ਆਪਿਤ ਤੇ ਪ੍ਰਾਪਤ ਇਹ ਵਿਆਹੀਆਂ ਸਨ ਸਾਧ ਸੰਗਤ ਜੀ। ਤੋ ਇਸ ਕੰਸ ਦੀ ਜਿਹੜੀ ਭੈਣ ਸੀ ਦੇਵਕੀ, ਉਗਰਸੈਨ ਇਹਦਾ ਪਿਤਾ, ਉਹਦੀ ਪੁੱਤਰੀ, ਇਹਦੇ ਪੇਟ ਤੋਂ ਕ੍ਰਿਸ਼ਨ ਜੀ ਨੇ ਜਨਮ ਲੈਣਾ ਸੀ। ਤੇ ਆਪਣੇ ਪਿਤਾ ਉਗਰਸੈਨ ਨੂੰ, ਕ੍ਰਿਸ਼ਨ ਦੇ ਨਾਨੇ ਨੂੰ ਇਹਨੇ ਕੈਦ ਵਿੱਚ ਕਰਕੇ ਆਪ ਤਖਤ ਸੰਭਾਲਿਆ। ਜਦੋਂ ਆਪਣੀ ਭੈਣ ਦਾ ਵਿਆਹ ਕੀਤਾ ਵਾਸੁਦੇਵ ਦੇ ਨਾਲ, ਕੁਝ ਇਤਿਹਾਸਕਾਰ ਕਹਿੰਦੇ ਨਾਰਦ ਮੁਨੀ ਜੀ ਉੱਥੇ ਆਏ। ਲਾਵਾਂ ਦੇ ਸਮੇਂ ਉਹਨਾਂ ਨੇ ਕਿਹਾ ਕਿ ਐ ਰਾਜਨ, ਇਸ ਦੇ ਪੇਟ ਵਿੱਚੋਂ ਜਿਹੜਾ 8ਵਾਂ ਬੱਚਾ ਜਨਮਣਾ ਉਹਨੇ ਤੇਰਾ ਨਾਸ ਕਰਨਾ। ਤੇ ਕੁਝ ਕਿਸ ਤਰ੍ਹਾਂ ਵੀ ਬਚਨ ਸੁਣੀਦੇ ਨੇ ਕਿ ਆਕਾਸ਼ਬਾਣੀ ਹੋਈ, ਕੰਨਾਂ ਵਿੱਚ ਆਵਾਜ਼ ਪਈ ਕਿ ਐ ਰਾਜਨ, ਇੰਨਾ ਆਨੰਦ ਖੇੜਾ ਨਾ ਕਰ ਆਪਣੀ ਭੈਣ ਦੇ ਵਿਆਹ ਤੇ। ਇਹ ਤੇਰੀ ਭੈਣ ਦੀ ਕੁੱਖ ਵਿੱਚੋਂ 8ਵਾਂ ਬੱਚਾ ਜਿਹੜਾ ਹੋਣਾ ਹੈ ਉਹਨੇ ਹੀ ਤੇਰਾ ਘਾਤ ਕਰਨਾ ਹੈ। ਤੋ ਇਸ ਕਰਕੇ ਇਹਨੇ ਆਪਣੀ ਭੈਣ ਦੇ ਘਰ ਵਾਲੇ ਨੂੰ ਵੀ ਕੈਦ ਕਰ ਲਿਆ ਤੇ ਆਪਣੀ ਭੈਣ ਦੇਵਕੀ ਨੂੰ ਵੀ ਕੈਦ ਵਿੱਚ ਪਾ ਦਿੱਤਾ ਸੀ। ਜਿਹੜਾ ਵੀ ਬੱਚਾ ਉਹਦੀ ਕੁੱਖ ਵਿੱਚੋਂ ਜਨਮਦਾ ਸੀ, 4 ਚੁਫੇਰੇ ਪਹਿਰੇ ਲਾਏ ਸਨ, ਉਹਨੂੰ ਜਨਮਦਿਆਂ ਸਾਰੀ ਇਹ ਖਤਮ ਕਰ ਦਿੰਦਾ ਸੀ। 8 ਬੱਚੇ ਆਪਣੀ ਭੈਣ ਦੇ ਕੰਸ ਨੇ ਖਤਮ ਕੀਤੇ ਸਨ, 7 ਬੱਚੇ। ਤੇ ਜਦੋਂ 8ਵਾਂ ਹੋਣਾ ਸੀ
ਤੋ ਉਸ ਵੇਲੇ ਵਾਸੁਦੇਵ ਦਾ ਕੋਈ ਰਿਸ਼ਤੇਦਾਰ ਗੋਕਲ ਵਿੱਚ ਰਹਿੰਦਾ ਸੀ, ਉਹਦੀ ਘਰ ਵਾਲੀ ਜਸੋਧਾ ਦੇ ਪੇਟ ਤੋਂ ਵੀ ਬੱਚਾ ਹੋਣਾ ਸੀ। ਤੇ ਇਸ ਤਰ੍ਹਾਂ ਫਿਰ ਸਾਧ ਸੰਗਤ ਜੀ ਕਿਸੇ ਤਰੀਕੇ ਦੇ ਨਾਲ ਜਦੋਂ ਪ੍ਰਮਾਤਮਾ ਨੇ ਰੱਖਣਾ ਹੋਵੇ, ਰਾਤੋਂ ਰਾਤ ਸਿਪਾਹੀ ਮੂਰਛਤ ਹੋ ਗਏ ਸਾਰੇ। ਪਤਾ ਨਹੀਂ ਕਿਵੇਂ, ਉਹ ਮਹਾਰਾਜ ਨੇ ਵੀ ਦਸਮ ਗ੍ਰੰਥ ਵਿੱਚ ਲਿਖਿਆ, ਕੋਈ ਇਸ ਤਰ੍ਹਾਂ ਦੀ ਦੇਵਨੇਤ ਹੋਈ, ਸਾਰੇ ਸਿਪਾਹੀ ਸੌਂ ਗਏ। ਉਹ ਜਿਹੜੀ ਲੜਕੀ ਸੀ ਉਹ ਦੇਵਕੀ ਦੇ ਕੋਲ ਪਹੁੰਚ ਗਈ, ਜਿਹੜੀ ਜਨਮੀ ਜਸੋਧਾ ਤੋਂ, ਤੇ ਜਿਹੜੀ ਦੇਵਕੀ ਦੀ ਪੇਟ ਤੋਂ ਪੁੱਤਰ ਕ੍ਰਿਸ਼ਨ ਜੀ ਪੈਦਾ ਹੋਏ ਉਹ ਗੋਕਲ ਵਿੱਚ ਪਹੁੰਚਾ ਦਿੱਤੇ ਗਏ। ਇਸ ਤਰ੍ਹਾਂ ਫਿਰ ਸਾਧ ਸੰਗਤ ਜੀ ਇਹਨਾਂ ਦਾ ਬਚਾਅ ਹੋਇਆ ਸੀ। ਉਹ ਕਵੀ ਜੀ ਇੱਥੇ ਲਿਖ ਰਹੇ ਨੇ ਕਿ ਸ੍ਰੀ ਕ੍ਰਿਸ਼ਨ ਜੀ ਪੈਦਾ ਹੋਏ, ਅਵਤਾਰ ਹੋਇਆ ਉਹਨਾਂ ਦਾ ਮਥੁਰਾ ਦੇ ਵਿੱਚ, ਤੇ ਪਲੇ ਹਨ ਗੋਕਲ ਦੇ ਵਿੱਚ ਵੱਡੇ ਹੋਏ। ਚੌਪਈ ਦੁਸ਼ਟਨ ਮਹਾਪੂਤ ਨਾ ਮਾਰੀ। ਇਹ ਕੰਸ ਨੂੰ ਵੀ ਪਤਾ ਲੱਗ ਗਿਆ, ਨਾਰਦ ਮੁਨੀ ਨੇ ਆ ਕੇ ਦੱਸ ਦਿੱਤਾ ਫਿਰ, ਕਿਉਂਕਿ ਨਾਰਦ ਮੁਨੀ ਬੜਾ ਸ਼ੈਤਾਨ ਬਿਰਤੀ ਵਾਲਾ ਸੀ। ਉਹ ਕਹਿੰਦਾ ਕਿ ਤੂੰ ਲੜਕੀ ਨੂੰ ਇਸ ਤਰ੍ਹਾਂ ਮਾਰ ਕੇ ਕੀ ਕਰ ਲਿਆ। ਉਹ ਲੜਕੀ ਨੂੰ ਮਾਰਿਆ ਜਦੋਂ, ਤਾਂ ਉਹ ਆਕਾਸ਼ ਵਿੱਚ ਉੱਡ ਗਈ। ਤੇ ਉਹਨੇ ਵੀ ਦੱਸਦੇ ਆਕਾਸ਼ ਵਿੱਚ ਚੜ੍ਹਦਿਆਂ ਉੱਡਦਿਆਂ ਆਵਾਜ਼ ਦਿੱਤੀ ਕਿ ਆ ਪਾਪੀ, ਤੈਨੂੰ ਮਾਰਨ ਵਾਲਾ ਤੇ ਗੋਕਲ ਵਿੱਚ ਪਹੁੰਚ ਗਿਆ ਹੈ, ਮੈਨੂੰ ਮਾਰ ਕੇ ਤੂੰ ਕੀ ਕਰ ਲੇਂਗਾ। ਜਿਹਨੇ ਤੈਨੂੰ ਮਾਰਨਾ ਉਹ ਤਾਂ ਗੋਕਲ ਵਿੱਚ ਪਹੁੰਚ ਗਿਆ। ਫਿਰ ਇਹਨੇ ਯਤਨ ਕੀਤੇ ਸ੍ਰੀ ਕ੍ਰਿਸ਼ਨ ਨੂੰ ਗੋਕਲ ਵਿੱਚ ਮਰਵਾਉਣ ਦੇ। ਪਤਾ ਕਰਕੇ ਸਭ ਤੋਂ ਪਹਿਲਾਂ ਪੂਤਨਾ ਦਾਈ ਨੂੰ ਭੇਜਿਆ ਪ੍ਰੇਰ ਕੇ। ਸਾਧ ਸੰਗਤ ਜੀ ਇਹਦੇ ਸੈਨਾਪਤੀ ਕੁਝ ਦੈਂਤ ਸਨ, ਉਹਨਾਂ ਦਾ ਨਾਮ ਵੀ ਅੱਗੇ ਵਿੱਚ ਆਏਗਾ। ਉਹਨਾਂ ਦੀ ਭੈਣ ਸੀ। ਤੋ ਦੁੱਧ ਪਿਆਉਣ ਦੇ ਬਹਾਨੇ ਅਸਥਨਾ ਨੂੰ ਜ਼ਹਿਰ ਲਾ ਕੇ ਇਹਨੇ ਜਦੋਂ ਸ੍ਰੀ ਕ੍ਰਿਸ਼ਨ ਜੀ ਨੂੰ ਜ਼ਹਿਰ ਦੇ ਕੇ ਮਾਰਨਾ ਚਾਹਿਆ, ਤਾਂ ਉਸ ਵੇਲੇ ਸ੍ਰੀ ਕ੍ਰਿਸ਼ਨ ਜੀ ਨੇ ਇਹਦੇ ਪ੍ਰਾਣ ਖਿੱਚ ਲਏ ਸਨ। ਜਿਵੇਂ 6ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਸੋਭਾ ਦੇਵੀ, ਉਹ ਜਿਹੜੀ ਦਾਈ ਸੀ, ਉਹ ਮਾਰਨ ਵਾਸਤੇ ਆਈ ਸੀ, ਤੇ ਮਹਾਰਾਜ ਦੇ ਹੱਥੋਂ ਉਹਦਾ ਉਧਾਰ ਹੋ ਗਿਆ ਸੀ। ਇਵੇਂ ਹੀ ਸਾਧ ਸੰਗਤ ਜੀ ਹਰ ਹਰ ਕਰਤ ਪੂਤਨਾ ਤਰੀ, ਬਾਲ ਘਾਤਨੀ ਕਪਟੈ ਭਰੀ, ਗੁਰਬਾਣੀ ਵਿੱਚ ਬਚਨ ਆਉਂਦੇ ਨੇ। ਉਹਦੇ ਮੂੰਹ ਵਿੱਚੋਂ ਹਰ ਹਰ ਨਿਕਲਿਆ। ਤੋ ਕਿਉਂਕਿ ਕ੍ਰਿਸ਼ਨ ਜੀ ਦੇ ਹੱਥ ਲੱਗੇ ਸਨ, ਇਸ ਕਰਕੇ ਉਹ ਨਰਕਾਂ ਨੂੰ ਨਹੀਂ ਗਈ, ਆਪਣੇ ਭਗਵਾਨ ਦੇ ਦੇਸ਼ ਨੂੰ ਚਲੀ ਗਈ। ਤੋ ਇਸ ਤਰੀਕੇ ਦੇ ਨਾਲ ਕਹਿੰਦੇ ਉਹ ਜਿਹੜੀ ਪੂਤਨਾ ਸੀ ਮਾਰਨ ਵਾਸਤੇ ਆਈ, ਉਹ ਵੀ ਬਾਲ ਅਵਸਥਾ ਵਿੱਚ ਮਾਰ ਦਿੱਤੀ ਦਾਈ। ਤਿਣਾ ਵਰਤ ਕੀ ਦੇਹ ਬਿਦਾਰੀ। ਫਿਰ ਇਹਦਾ ਭਰਾ ਤ੍ਰਿਨਾਵਰਤ ਜਿਹੜਾ ਰਾਖਸ਼ ਦੈਂਤ ਹੋਇਆ, ਇਹਨੂੰ ਭੇਜਿਆ ਕਿ ਵੇਖ ਤੇਰੀ ਭੈਣ ਨੂੰ ਗੋਕਲ ਦੇ ਵਿੱਚ ਮਾਰ ਦਿੱਤਾ ਗਿਆ। ਤੋ ਇਹ ਸਾਧ ਸੰਗਤ ਜੀ ਆਪਣਾ ਵਾਵਰੋਲਾ ਬਣ ਕੇ ਆਇਆ ਸੀ। ਵਾਵਰੋਲਾ ਦਾ ਰੂਪ ਧਾਰਨ ਕਰਕੇ ਇਹਨੇ ਨਗਰ ਨੂੰ ਉਡਾਉਣਾ ਸ਼ੁਰੂ ਕੀਤਾ, ਬੱਚਿਆਂ ਨੂੰ ਆਕਾਸ਼ ਵਿੱਚ ਉਡਾਉਣਾ ਸ਼ੁਰੂ ਕਰ ਦਿੱਤਾ ਜਿਹੜੇ ਖੇਡ ਰਹੇ ਸਨ। ਤੋ ਨਾਲ ਹੀ ਕ੍ਰਿਸ਼ਨ ਜੀ ਨੂੰ ਉਡਾ ਕੇ ਲੈ ਗਿਆ। ਘੱਟਾ ਮਿੱਟੀ ਇੰਨਾ ਉਡਾਇਆ, ਤੋ ਉੱਪਰ ਜਾ ਕੇ ਆਪਣੀ ਅਸਲੀ ਦੇਹ ਜਦੋਂ ਪ੍ਰਗਟ ਕੀਤੀ, ਤਾਂ ਸ੍ਰੀ ਕ੍ਰਿਸ਼ਨ ਜੀ ਭਾਵੇਂ ਹੈ ਬਾਲਕ ਨੇ, ਪਰ ਫਿਰ ਵੀ ਦੁਆਪਰ ਦੇ 16 ਕਲਾ ਦੇ ਅਵਤਾਰ ਨੇ, ਸ਼ਕਤੀਆਂ ਹੈ ਨੇ। ਇਸ ਕਰਕੇ ਸਾਧ ਸੰਗਤ ਜੀ ਉਸ ਵੇਲੇ 9 ਇਸ ਤਰ੍ਹਾਂ ਗੋਪਿਆਂ ਦੇ ਘਰ ਵਿੱਚ, ਗਵਾਲਿਆਂ ਦੇ ਘਰ ਵਿੱਚ ਵੱਧ ਰਹੇ ਨੇ।
ਆਏ। ਤੋ ਆਪਣੇ ਪਿਆਰੇ ਸੇਵਕ ਜਾਣ ਕੇ ਸ੍ਰੀ ਕ੍ਰਿਸ਼ਨ ਜੀ ਉਹਨਾਂ ਦੇ ਘਰ ਆਏ ਹਨ। ਆਪਨ ਮਨੋਰਥ ਭਨਿਓ ਅਗਾਰੀ। ਆਪਣਾ ਸੰਕਲਪ ਜਿਹੜਾ ਸੀ ਪਾਂਡਵਾਂ ਨੇ ਆਪਣੇ ਭਗਵਾਨ ਅੱਗੇ ਰੱਖਿਆ। ਸੁਨ ਮਧੂਸੂਦਨ ਗਿਰਾ ਉਚਾਰੀ। ਮਦ ਕੈਟਵ ਦੈਂਤ ਨੂੰ ਮਾਰਨ ਵਾਲੇ ਸ੍ਰੀ ਕ੍ਰਿਸ਼ਨ ਨੇ ਬਚਨ ਕਿਹਾ ਅੱਗੋਂ। ਮਹਾਬੀਰ ਜੋ ਮਗਧ ਨਰੇਸ਼। ਕਹਿੰਦੇ ਬੜਾ ਵੱਡਾ ਰਾਜਾ ਮਰਦ, ਜਿਹੜਾ ਬੜਾ ਵੱਡਾ ਤਾਕਤ ਵਾਲਾ ਬਲੀ ਰਾਜਾ ਹੈ। ਜਰਾ ਸੰਧ ਬਲ ਬਿਖੈ ਬਸ਼ੀਸ਼। ਉਹ ਜਰਾਸਿੰਧ ਰਾਜਾ ਬੜਾ ਬਲ ਦੇ ਵਿੱਚ ਵੱਡਾ ਤਾਕਤਵਰ ਹੈ। ਤਿਸ ਮਾਰੇ ਬਿਨ ਮਖ ਨਹਿ ਹੋਏ। ਕਹਿਣ ਲੱਗੇ ਕਿ ਹੇ ਪਾਂਡਵੋ, ਜਿੰਨਾ ਚਿਰ ਉਹਨੂੰ ਨਹੀਂ ਮਾਰ ਲੈਂਦੇ, ਉਹਨੂੰ ਨਹੀਂ ਜਿੱਤ ਲੈਂਦੇ, ਉਹਨਾਂ ਚਿਰ ਕਿਵੇਂ ਜੱਗ ਕਰ ਲਓਗੇ। ਰਾਜਸੂ ਜੱਗ ਦਾ ਤਾਂ ਮਤਲਬ ਹੁੰਦਾ ਸਾਰੇ ਰਾਜੇ ਜਿੱਤ ਕੇ ਫਿਰ ਜੱਗ ਕਰਨਾ। ਉਹਨੂੰ ਮਾਰਨ ਤੋਂ ਬਿਨਾਂ ਰਾਜਸੂ ਜੱਗ ਨਹੀਂ ਹੋਵੇਗਾ। ਪੂਰਨ ਭਇਓ ਆਰਬਲ ਸੋਏ। ਉਹਦੀ ਜਿਹੜੀ ਆਰਬਲ ਹੈ ਨਾ, ਬੜੀ ਪੂਰਨ ਭਰ ਜਵਾਨੀ ਵਿੱਚ ਜਾ ਰਿਹਾ ਹੈ, ਬੜਾ ਵੱਡਾ ਤਾਕਤਵਰ ਬਣਿਆ ਹੈ। ਏਕ ਵਾਰ ਨਿਜ ਮੰਦਰ ਚਰਕੈ। ਕਹਿੰਦਾ ਏਡਾ ਵੱਡਾ ਬਲੀ ਰਾਜਾ ਆਪਣੇ ਕਿਲੇ ਤੇ ਚੜ ਕੇ ਇੱਕ ਵਾਰ ਗਦਾ ਪ੍ਰਹਾਰੀ ਕਰ ਬਲ ਕਰਕੈ। ਉੱਥੋਂ ਆਪਣੇ ਕਿਲੇ ਤੋਂ ਗੁਰਜ ਇੱਧਰ ਨੂੰ ਪ੍ਰਹਾਰੀ ਗੁਰਜ ਮਾਰੀ ਉਹਨੇ ਗਦਾ ਚਲਾਈ। ਸੋ ਜੋ ਜਨ ਮਗ ਕੋ ਵਿਸਤਾਰ। 100 ਜੋਜਨ ਤੱਕ ਗੁਰਜ ਆਈ। 100 ਜੋਜਨ ਦਾ ਮਤਲਬ 400 ਕੋਹ ਤੱਕ। ਕਹਿੰਦੇ ਕਿੱਥੇ ਪਟਨਾ ਹੈ ਤੇ ਕਿੱਥੇ ਗੋਕਲ ਹੈ, ਇੰਨੀ ਦੂਰ ਤੱਕ ਉਹਦੀ ਗੁਰਜ ਦੇ ਬਲ ਕਰਕੇ ਜਿਹੜੀ ਗੁਰਜ ਆਈ ਉਹਦਾ ਪ੍ਰਹਾਰ ਹੋਇਆ। ਪਹੁੰਚੀ ਹਮ ਟਿਕ ਕਰਨ ਪ੍ਰਹਾਰ। ਸਾਨੂੰ ਮਾਰਨ ਦੇ ਵਾਸਤੇ ਉਹ ਪਹੁੰਚੀ ਸਾਡੇ ਕੋਲ, ਜਿਹੜੀ ਉਹਨੇ ਮਾਰੀ ਹੈ। ਤਬ ਬਲਦੇਵ ਸ਼ਕਤ ਕਰ ਆਪਣੀ। ਕਹਿੰਦੇ ਤਿਸ ਵੇਲੇ ਮੇਰੇ ਭਰਾ ਬਲਦੇਵ ਬਲਭੱਦਰ ਨੇ ਆਪਣੀ ਤਾਕਤ ਸ਼ਕਤੀ ਕਰਕੇ ਆਵਤ ਗਦਾ ਨਿਫਲ ਕਰ ਖਪਨੀ। ਕਹਿੰਦੇ ਆਉਂਦੀ ਹੋਈ ਜਿਹੜੀ ਗਦਾ ਗੁਰਜ ਸੀ ਉਹ ਖਪਾ ਦਿੱਤੀ, ਨਾਸ ਕਰ ਦਿੱਤੀ, ਤੋੜ ਦਿੱਤੀ। ਜਰਾ ਸਿੰਧ ਰਾਖਤ ਬਲ ਘਨਾ। ਉਹ ਜਿਹੜਾ ਜਰਾਸਿੰਧ ਰਾਜਾ ਹੈ ਨਾ, ਪਟਨਾ ਜਿਹਨੇ ਵਸਾਇਆ, ਉਹਦੇ ਪਿਓ ਨੇ, ਜਿਹਦੇ ਪਿਓ ਨੇ, ਉਹ ਬੜਾ ਤਾਕਤ ਵਾਲਾ ਬਲ ਵਾਲਾ ਰਾਜਾ ਹੈ। ਕੇਤਿਕ ਤਾਕੀ ਗਿਣਤੀ ਗਨਾ। ਕਿੰਨਾ ਕੁ ਉਹਦੇ ਚ ਬਲ ਹੈ, ਕਿਉਂਕਿ ਸ੍ਰੀ ਕ੍ਰਿਸ਼ਨ ਨੇ ਦੇਖਿਆ ਹੈ, ਕਈ ਵਾਰ ਜੰਗ ਹੋਇਆ ਹੈ। ਮਹਾਨ ਸੂਰਬੀਰ ਬਲੀ ਜੋਧੇ ਸ੍ਰੀ ਕ੍ਰਿਸ਼ਨ ਭਗਵਾਨ ਜੀ, ਉਹਨਾਂ ਨੇ ਤੋਲਿਆ ਹੈ ਉਹਦੇ ਬਲ ਨੂੰ ਬਾਹਾਂ ਦੇ ਨਾਲ, ਆਪਣੀ ਤਾਕਤ ਦੇ ਨਾਲ। ਕਿਉਂਕਿ ਇੱਕ ਪਾਸੇ ਦੁਆਪਰ ਦੇ ਅਵਤਾਰ ਇੰਨੀਆਂ ਸ਼ਕਤੀਆਂ ਵਾਲੇ ਨੇ, ਇੱਕ ਪਾਸੇ ਇੱਕ ਰਾਜਾ ਹੈ। ਤੋ ਉਹ ਵੀ ਰਿਖੀ ਦੇ ਤਪ ਕਰਕੇ ਜਿਹੜਾ ਪੈਦਾ ਹੋਇਆ, ਰਿਖੀ ਦੇ ਬਚਨਾਂ ਕਰਕੇ ਜਿਹੜਾ ਬਲੀ ਹੋਇਆ। ਤੋ ਇਸ ਕਰਕੇ ਸ੍ਰੀ ਕ੍ਰਿਸ਼ਨ ਜੀ ਸਮਝਾ ਰਹੇ ਨੇ ਪਾਂਡਵਾਂ ਨੂੰ, ਉਹਨੂੰ ਕੋਈ ਜਿੱਤਣਾ ਜਾਂ ਮਾਰਨਾ ਸੌਖਾ ਨਹੀਂ, ਜਿੰਨਾ ਚਿਰ ਉਹ ਨਹੀਂ ਮਾਰਿਆ ਜਾਂਦਾ। ਹੇ ਰਾਜ ਆਪਣਾ ਰਾਜ ਪੁੱਤਰ, ਧਰਮੀ ਪੁੱਤਰ ਯੁਧਿਸ਼ਟਰ ਜੀ, ਉਹਨਾਂ ਚਿਰ ਤੁਸੀਂ ਰਾਜਸੂ ਜੱਗ ਨਹੀਂ ਕਰ ਸਕਦੇ। ਜਿਵੇਂ ਫਿਰ ਇਹ ਚੜ੍ਹਾਈ ਕਰਕੇ 3 ਜਾਣੇ ਪਟਨੇ ਵਿੱਚ ਜਾਣਗੇ, ਜਰਾਸਿੰਧ ਦੇ ਨਾਲ ਲੜਾਈ ਹੋਵੇਗੀ, ਉਹ ਪ੍ਰਸੰਗ ਅੱਗੇ ਆਵੇਗਾ। ਸਮਾਂ ਭਾਈ ਸੰਪੂਰਨ ਹੈ। ਫਿਰ ਬੇਨਤੀ ਹੈ ਕਿ ਕੱਲ ਨੂੰ ਸਮਾਂ ਜਿਹੜਾ ਹੈ ਉਹ 4:30 ਵਜੇ ਕਥਾ ਦੀ ਆਰੰਭਤਾ ਦਾ ਸ਼ਾਮ ਦਾ ਸਮਾਂ ਹੈ। ਸਾਰੇ ਹੀ ਸਤਸੰਗੀ ਸਰੋਤੇ ਜਨ ਇਹ ਨੋਟ ਕਰ ਲੈਣ। ਤੋ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਦੇਣੀ ਜੀ, ਅੱਗੇ ਤੋਂ ਸਮੱਤ ਬਖਸ਼ਿਸ਼ ਕਰ ਦੇਣੀ। ਮਹਾਰਾਜ ਸਭ ਦੀ ਹਾਜ਼ਰੀ ਥਾਏ ਪਾਵਨ, ਚੜ੍ਹਦੀਆਂ ਕਲਾ ਹੋਵਨ, ਵਿਘਨਾ ਦਾ ਹੋਵੇ ਨਾਸ, ਕਾਰਜ ਹੋਵਨ ਰਾਸ। ਨਾਮ ਦਾ ਰੰਗ, ਸਾਧ ਦਾ ਸੰਗ, ਨਿਸ਼ਚਾ ਹੋਵੇ ਭੰਗ, ਸਤਿਗੁਰੂ ਦਾ ਅੰਗ। ਸਦੀਵੀ ਕਾਲ ਸਾਨੂੰ ਸਭਨਾਂ ਨੂੰ ਪ੍ਰਾਪਤ ਹੁੰਦਾ ਰਹੇ। ਹਉ ਕਿਆ ਸਾਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ। ਤਬ ਬਲਦੇਵ ਸ਼ਕਤ ਕਰ ਆਪਣੀ। ਆਵਤ ਗਦਾ ਨਿਫਲ ਕਰ ਖਪਨੀ। ਜਰਾ ਸਿੰਧ ਰਾਖਤ ਬਲ ਘਨਾ। ਕੇਤਕ ਤਾਕੀ ਗਿਣਤੀ ਗਨਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਵੀਕ। ਹੈ ਅਪਰੰਪਰ ਹਰ ਹਰੇ ਹੈ ਪੀਹੋਵਨ ਹਾਰ। ਹੈ ਸੰਤਹ ਕੈ ਸਦਾ ਸੰਗ ਨਿਦਾਰਾਂ ਆਧਾਰ। ਹੈ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹਿਐ ਪਰੋਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੀ ਸੋ ਤਰੇ ਪਾਰ। ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ। ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।